ਤੇ ਅਕਸਰ ਸਾਡੇ ਮਨ ਵਿੱਚ ਕੁਝ ਕੁ ਸਵਾਲ ਹੁੰਦੇ ਹਨ। ਸਾਡੇ ਉੱਤੇ ਇਹ ਦੁੱਖ, ਇਹ ਭੁੱਖ, ਇਹ ਵਿਪਤਾਵਾਂ, ਇਹ ਕਲੇਸ਼ ਕਿਉਂ ਆਉਂਦੇ ਹਨ? ਮਹਾਂਪੁਰਸ਼ਾਂ ਨੂੰ ਸਾਰੀ ਦੀ ਸਾਰੀ ਕਾਇਨਾਤ ਦੇ ਵਿੱਚ ਇੱਕ ਦਿਖਦਾ ਹੈ ਤੇ ਪਰਮੇਸ਼ਵਰ ਦਾ ਵਰਤਾਰਾ ਪ੍ਰਤੱਖ ਦਿਸਦਾ ਹੈ। ਇਸ ਕਰਕੇ ਉਹ ਕੀ ਕਹਿੰਦੇ ਹਨ? ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾ। ਮਾਲਕ ਜੀ, ਇਹ ਤੁਹਾਡੀ ਦਾਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਉੱਤਰ ਦਿੱਤਾ ਹੈ। ਉਹ ਕਹਿੰਦੇ ਨੇ, ਹੋ ਸਕਦਾ ਹੈ ਤੇਰੇ ਉੱਤੇ ਗਰੀਬੀ ਆ ਗਈ ਹੋਵੇ, ਹੋ ਸਕਦਾ ਹੈ ਤੇਰੇ ਉੱਤੇ ਬਿਮਾਰੀ ਆ ਗਈ ਹੋਵੇ, ਹੋ ਸਕਦਾ ਹੈ ਤੇਰੇ ਘਰ ਦੇ ਵਿੱਚ ਕੋਈ ਕਲੇਸ਼, ਕੋਈ ਦੁੱਖ ਆ ਗਿਆ ਹੋਵੇ। ਯਾਦ ਰੱਖੀ, ਇਹ ਵੀ ਮਾਲਕ ਦਾ ਤਰਸ ਹੈ, ਇਹ ਵੀ ਬਖਸ਼ਿਸ਼ ਹੈ। ਦਾਸ ਬਹੁਤ ਹੈਰਾਨ ਹੋਇਆ ਸੀ ਇਹ ਸ਼ਬਦ ਜਿਸ ਵੇਲੇ ਦਾਸ ਨੇ ਪੜ੍ਹੇ, ਤੇ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਬਾਰ-ਬਾਰ ਜਾਪ ਕੀਤਾ, ਮਹਾਰਾਜ ਜੀ ਨੇ ਆਪ ਹੀ ਕਰਾਇਆ, ਫਿਰ ਸਮਝ ਪਈ। ਤੇ ਸਾਹਮਣੇ ਜਿਸ ਵੇਲੇ ਭਾਈ ਗੁਰਦਾਸ ਜੀ ਆ ਜਾਂਦੇ ਨੇ, ਫਿਰ ਤੇ ਸਾਰੇ ਸੰਸ਼ੇ ਦੂਰ ਹੋ ਜਾਂਦੇ ਨੇ। ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਨੇ? ਕਹਿੰਦੇ ਨੇ, ਕੋਈ ਵੀਰ ਆਇਆ ਤੇ ਧੋਬੀ ਕੋਲ ਆ ਕੇ ਕਹਿਣ ਲੱਗਾ, ਐ ਮੇਰਿਆ ਭਰਾਵਾ, ਆ ਲੈ, ਕਈ ਸਾਲਾਂ ਤੋਂ ਇਹ ਕੱਪੜਾ ਮੈਲਾ ਹੈ, ਕਿਰਪਾ ਕਰਕੇ ਇਸ ਕੱਪੜੇ ਨੂੰ ਸ਼ੁੱਧ ਕਰਕੇ ਸਾਫ਼ ਕਰਕੇ ਕੱਲ ਮੈਂ ਆਵਾਂਗਾ, ਮੈਨੂੰ ਵਾਪਸ ਕਰ ਦੇ। ਤੇ ਨਾਲ ਹੀ ਕਿਹਾ, ਇਹ ਕੱਪੜਾ ਕਈ ਸਾਲਾਂ ਦਾ ਮੈਲਾ ਹੈ, ਕਈ ਸਾਲਾਂ ਦਾ, ਇੱਕ ਦੋ ਧੋ ਪਾਉਣ ਦੇ ਨਾਲ ਮੈਲ ਨਹੀਂ ਉਤਰਨੀ, ਤੰਦ ਮੈਲ ਫਸੀ ਹੋਈ ਹੈ, ਤੰਦ ਮੈਲ। ਤੇ ਫਿਰ ਕੀ ਹੁੰਦਾ? ਧੋਬੀ ਉਸ ਕੱਪੜੇ ਨੂੰ ਨਿਹਾਰਦਾ, ਫਿਰ ਅੱਗ ਬਾਲਦਾ, ਉੱਤੇ ਭਾਂਡਾ ਰੱਖਦਾ, ਵਿੱਚ ਪਾਣੀ ਪਾਉਂਦਾ, ਪਾਣੀ ਉਬਲਦਾ, ਫਿਰ ਉਹ ਮਲੀਨਤਾਈ ਵਾਲਾ ਕੱਪੜਾ ਵਿੱਚ ਪਾਉਂਦਾ। ਹੁਣ ਕਈ ਘੰਟੇ ਉਹ ਪਾਣੀ ਖੋਲਦਾ ਤੇ ਨਾਲ ਦੀ ਨਾਲ ਉਹ ਕੱਪੜਾ ਮੁਲਾਇਮ ਹੁੰਦਾ। ਹੁਣ ਕੱਪੜੇ ਨੂੰ ਦੁੱਖ ਮਿਲਿਆ ਨਾ, ਕੱਪੜੇ ਨੂੰ ਕਸ਼ਟ ਮਿਲਿਆ ਨਾ, ਫਿਰ ਉਸੇ ਵੇਲੇ ਧੋਬੀ ਨੇ ਕੱਪੜਾ ਕੱਢਿਆ, ਥੋੜੇ ਕੁ ਸਮੇਂ ਬਾਅਦ ਰਗੜਿਆ ਸਾਬਣ ਦੇ ਨਾਲ। ਕਦੀ ਅਸੀਂ ਸਾਬਣ ਨਾਲ ਪਿਆਰ ਦੇ ਨਾਲ ਕੱਪੜਾ ਨਹੀਂ ਧੋਂਦੇ, ਰਗੜਦੇ ਹਾਂ। ਫਿਰ ਕੱਪੜੇ ਨੂੰ ਦੁੱਖ ਦਿੱਤਾ। ਜਿਸ ਵੇਲੇ ਸਾਬਣ ਪਰਿਪੂਰਨ ਤੌਰ ਤੇ ਉਸ ਕੱਪੜੇ ਦੀ ਇੱਕ ਇੱਕ ਤੰਦ ਵਿੱਚ ਚਲਾ ਗਿਆ, ਫਿਰ ਉਸ ਧੋਬੀ ਨੇ ਪੱਥਰ ਦੇ ਉੱਤੇ ਮਾਰ ਮਾਰ ਕੇ ਉਸ ਕੱਪੜੇ ਨੂੰ ਬੇਹੋਸ਼ ਕੀਤਾ। ਤੇ ਕੱਪੜਾ ਬੋਲ ਉੱਠਿਆ, ਕਹਿਣ ਲੱਗਾ, ਐ ਧੋਬੀ, ਜਿਸ ਤਰ੍ਹਾਂ ਅਸੀਂ ਬੋਲਦੇ ਹਾਂ ਨਾ, ਮਾਨੋ ਕੱਪੜਾ ਨਹੀਂ ਬੋਲਦਾ ਪਿਆ, ਅਸੀਂ ਬੋਲਦੇ ਪਏ ਹਾਂ। ਕੱਪੜਾ ਕਹਿਣ ਲੱਗਾ, ਐ ਧੋਬੀ, ਤੂੰ ਸਭ ਤੋਂ ਪਹਿਲਾਂ ਮੈਨੂੰ ਉਬਾਲਿਆ, ਮੈਨੂੰ ਤਪਾਇਆ, ਫਿਰ ਤੂੰ ਸਾਬਣ ਦੇ ਨਾਲ ਰਗੜਿਆ, ਫਿਰ ਪਰਤ ਕੇ ਹੁਣ ਤੋਂ ਮੈਨੂੰ ਇਤਨੀ ਜ਼ੋਰ ਦੇ ਨਾਲ ਪੱਥਰ ਉੱਤੇ ਪਟਕਾ ਪਟਕਾ ਕੇ ਮਾਰਦਾ ਹੈ। ਕੀ ਤੇਰਾ ਮੇਰੇ ਨਾਲ ਕੋਈ ਵੈਰ ਹੈ? ਕੀ ਤੇਰੀ ਮੇਰੀ ਕੋਈ ਦੁਸ਼ਮਣੀ ਹੈ? ਮੈਨੂੰ ਇਤਨੇ ਕਸ਼ਟ ਕਿਉਂ ਦਿੰਦਾ ਹੈ? ਇੰਨਾ ਦੁੱਖ ਕਿਉਂ ਦਿੰਦਾ ਹੈ? ਇਤਨੀ ਪੀੜਾ ਕਿਉਂ ਦਿੰਦਾ ਹੈ? ਤੇ ਕਹਿੰਦੇ ਨੇ, ਉਹ ਕੱਪੜਾ ਜਿਸ ਵੇਲੇ ਇਹ ਗਿਲੇ ਸ਼ਿਕਵੇ ਤਹਿਤ ਧੋਬੀ ਨਾਲ ਗੱਲ ਕਰਦਾ ਪਿਆ ਸੀ, ਉਸੇ ਵੇਲੇ ਧੋਬੀ ਕਹਿਣ ਲੱਗਾ, ਮੈਂ ਤੇਰੀ ਤੇ ਤਰਸ ਕਰਦਾ ਪਿਆ ਹਾਂ। ਜਿੰਨਾ ਚਿਰ ਮੈਂ ਤੈਨੂੰ ਪੱਥਰ ਉੱਤੇ ਮਾਰਾਂਗਾ ਨਹੀਂ, ਤੇਰੇ ਵਿੱਚੋਂ ਮੈਲ ਨਹੀਂ ਨਿਕਲਣੀ। ਪਹਿਲਾਂ ਉਬਾਲਣਾ ਪਿਆ, ਫਿਰ ਸਾਬਣ ਲਾਉਣਾ ਪਿਆ, ਰਗੜਨਾ ਪਿਆ, ਫਿਰ ਪਰਤ ਕੇ ਮਾਰਨਾ ਪਿਆ। ਅਸਲ ਵਿੱਚ ਤੇਰੀ ਭਲਾਈ ਹੈ, ਮੇਰੀ ਕੋਈ ਭਲਾਈ ਨਹੀਂ। ਹਾਂ, ਕੁਝ ਕੁ ਮੈਨੂੰ ਟਕੇ ਮਿਲ ਜਾਣਗੇ, ਪਰ ਤੇਰਾ ਅਸਲੀ ਸਵਰੂਪ ਤੇ ਮੈਲ ਦੇ ਵਿੱਚ ਢਕਿਆ ਗਿਆ। ਜੇ ਹੁੰਦੀ ਮੈਲ 1 2 4 5 ਦਿਨਾਂ ਦੀ, ਫਿਰ ਤੇ ਆਰਾਮ ਦੇ ਨਾਲ ਤੇਰਾ ਸਵਰੂਪ ਦਿਸਣਾ ਸੀ। ਪਰ ਹੁਣ ਤਾਂ ਕਈ ਸਾਲਾਂ ਦੀ ਮੈਲ ਹੈ, ਮੈਲ ਹੀ ਮੈਲ ਦਿਸਦੀ ਏ, ਤੂੰ ਤੇ ਦਿਸਦਾ ਹੀ ਨਹੀਂ ਸੀ ਪਹਿਲਾਂ। ਤੇ ਅੱਜ ਵੀ ਇਹੀ ਹਾਲ ਹੋ ਗਿਆ। ਅੱਜ ਇਨਸਾਨ ਦੇ ਦਰਸ਼ਨ ਨਹੀਂ ਹੁੰਦੇ, ਕਾਮ ਦੇ ਦਰਸ਼ਨ ਹੁੰਦੇ ਹਨ, ਵਾਸ਼ਨਾ ਦੇ ਦਰਸ਼ਨ ਹੁੰਦੇ ਹਨ, ਕ੍ਰੋਧ ਦੇ ਦਰਸ਼ਨ ਹੁੰਦੇ ਹਨ। ਤੇ ਇਹ ਵਾਸ਼ਨਾਵਾਂ ਕੀ ਹਨ? ਮੈਂ, ਇਨਸਾਨ ਛੁਪ ਗਿਆ। ਤੇ ਦੇਖੋ, ਇੱਕ ਕੱਪੜੇ ਉੱਤੇ ਕਈ ਸਾਲਾਂ ਦੀ ਮੈਲ ਲੱਗੀ ਹੋਵੇ ਤੇ ਕਿੰਨਾ ਐਫਰਟ, ਕਿਤਨਾ ਮਾਰਨਾ ਪੈਂਦਾ ਹੈ। ਤੇ ਸਾਡੇ ਮਨ ਦੀ ਗੱਲ ਕਰੀਏ, ਜਨਮ ਜਨਮ ਕੀ, ਜਨਮ ਜਨਮ ਕੀ ਸ਼ਬਦ ਵਰਤਿਆ ਮਹਾਰਾਜ ਜੀ ਨੇ ਬਾਣੀ ਦੇ ਵਿੱਚ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਹੋ। ਤੇ ਜਿਸ ਵੇਲੇ ਕੋਈ ਵੀ ਵਿਪਤਾ ਆਵੇ, ਗਰੀਬੀ ਆਵੇ, ਸਰੀਰ ਉੱਤੇ ਕੋਈ ਕਸ਼ਟ ਆਵੇ, ਸਮਝ ਲਵੋ
जितनी भी साडे अंदरूनी मैल लग चुकी है ना, वो मैल साफ हुंदी पई है। भाई गुरदास जी ने दूजा बचन कीता। भाई गुरदास जी ने बचन कीता, ऐ बंदिया कदी तू सोने दे जीवन नूं देख। सब तो पहला सोना कढ़िया गया पत्थर दे विचों, सब तो पहला ब्लास्ट किया गया पत्थर दा, फिर उहदे विचों ढेले कढ़े गए, फिर वो पत्थर तराशे गए, फिर तराशण तो बाद फिर अनेकां मशीनां दे विच पा के उन्हां ढेलियां दे विचों जिन्ना कंक्रीट एक पासे कीता ते सोना एक पासे होया। अजे भी बस नहीं, फिर उस सोने नूं ढालिया गया। सोना जिस वेले ढलिया फिर अगे फिल्टर लाया गया, अशुद्धता एक पासे चली गई, जो शुद्ध सोना सी एक पासे चला गया। सोना तैयार हो गया जी। ते जिस वेले सुनियारे कोल गया ते सुनियारे ने उस वेले उस सोने दे पीस नूं प्यार नहीं कीता, बुक्कल च नहीं लिया, की कीता कुठाली दे विच अग बाल के उहदे विच रख दिता। जिस वेले उस सोने नूं उस कुठाली दी अग विच रखिया गया, हुण उस सोने विच तिड़ तिड़ दियां आवाज़ां आउंदियां ने, ते कदी वो सोना खब्बे भटकदा है, कदी सज्जे भटकदा है, अनेकां तरीकिਆਂ नाल भटकिया, एकदम टिक गया। सुनियारे वीर नूं भाई गुरदास जी पुछदे हन, पहला ये दस भटकना दा कारण की सी, भटकिया क्यों, हुण टिकाऊ दा कारण की है, टिकिया क्यों। सुनियारा कहन लगा, भटकना हुंदी ही उस वेले है जिस वेले आसे पासे मैल लगी होवे, मलीनता होवे, ते टिकाऊ आउंदा ही उस वेले है जिस वेले शुद्धता आ जाए। ज्यों साडे उत्ते अमीरी, क्योंकि अमीरी भी एक प्रकार दा दुख जे, कुछ लोग गरीबी दे दुख दे थल्ले दबे होए ने ते कुछ अमीरी दे दुख दे थल्ले दबे होए ने। जो गरीबी दे दुख दे थल्ले दबे ने उन्हां नूं ते रब याद हुंदा है, जो अमीरी दे दुख थल्ले दबे ने उन्हां नूं कदी रब याद ही नहीं हुंदा। ते फिर असीं कहांगे ना सच्चे पातशाह गरीबी चंगी है ना। ते हुण सच्चे पातशाह कहन लगे, देख हुण सोना तिड़ तिड़ नहीं करदा। श्री गुरु अर्जन देव महाराज जी ने बचन किया, ज्यों कनको कोठारी चढ़ियो कबरो होत फिरो, जब ते शुद्ध भये हैं बारह तब ते थान थिरो। सोना टिक गया। ते सोना जेकर हुण ये शब्द कहे, देखो जी इस सुनियारे ने मेरे नाल चंगी नहीं कीती, बड़ा दुख दिता, बड़ा तपाया, बड़ा पटकाया, बड़े धक्के इस बंदे ने मैनूं दवाए। सुनियारे ने कहना, भाई तैनूं शुद्ध कीता है। जिस वेले साडे उत्ते किसी किस्म की विपता आवे ना, ते समझ लिया जे मालक दा तरस है, साडा अंदर शुद्ध हुंदा पिया, मलीनता खत्म हुंदी पई है। भाई गुरदास ने तीजा वचन कीता, कहन लगे, तेज हवावां चलियां, तेज हवावां एक झखड़ दा खनेरी दा रूप धार के चंदन दे पेडे दे कोलों लंघियां, अनेक तरह दी सुगंधी अपने नाल लै तुरियां। सारे वृक्षां तक वो सारी दी सारी सुगंधी पहुंचाई। ते जिस वेले सुगंधी पहुंचाई, सब तो पहला दूजे वृक्षां झंझोड़िया, हलूणा दिता, हिलाया, वो सारे दे सारे वृक्ष सिर तो लैके पैरां तक हिल गए। ते वृक्ष कहन लगे, दुख क्यों दिता, पीड़ा क्यों दिती, तकलीफ क्यों दिती। हवावां कहन लगियां, जेकर इन्नी तेजी नाल ना आउंदे, ये तां देखिया नहीं, ये तां पुछया नहीं, सुगंधी क्यों दिती। जेकर कोई भी हलूणा दिता, हलूणा देख लिया, ये नहीं देखिया मैं सुगंधी भी लैके आई हाँ। इसे तरह जदों भी साडे उत्ते कोई दुख सुख आवे ना, समझ लिया जे साडे कीते होए करोड़ां जन्मां दे पाप सारे धुपदे पए हन। भाई गुरदास जी का बचन असीं पढ़दे हां, जैसे धोबी साबन लगाए पीटै पाथर सै, निर्मल करत है बसन मलीन को, जैसे तो सुनार बारंबार गार गार ढार, करत अशुद्ध शुद्ध कंचन कुलीन को, जैसे तो पवन चकचोरत बिरख मिल, मल्यगंध करत है चंदन प्रबीन को, तैसे गुर सिखन दिखाए कै बृथा बबेक। भाई गुरदास जी कहन लगे, गरीबी दिखा के
ਤੇ ਨਾਲ ਦੀ ਨਾਲ ਬਿਮਾਰੀ ਦਿਖਾ ਕੇ ਤੇ ਨਾਲ ਦੀ ਨਾਲ ਕਰਜ਼ਾ ਚੜਾ ਕੇ, ਕਿਉਂਕਿ ਇੱਥੇ ਸ਼ਬਦ ਬ੍ਰਿਥਾ ਵਰਤਿਆ। ਬ੍ਰਿਥਾ ਦਾ ਅਰਥ ਹੈ ਸਰੀਰਕ ਫਿਜ਼ੀਕਲੀ ਤੌਰ ਤੇ ਬਿਮਾਰੀ। ਬਿਮਾਰੀ ਜਿਸ ਵੇਲੇ ਲੱਗ ਗਈ, ਦੁੱਖ ਆਪੇ ਆ ਗਿਆ। ਹੁਣ ਜਿਸ ਵੇਲੇ ਦੁੱਖ ਆਇਆ ਤੇ ਪੈਸਾ ਹੁਣ ਲੱਗਣਾ ਸ਼ੁਰੂ ਹੋ ਗਿਆ, ਤੇ ਨਾਲ ਹੀ ਗਰੀਬੀ ਆ ਗਈ, ਬਿਮਾਰੀ ਆ ਗਈ, ਗਰੀਬੀ ਆ ਗਈ, ਕਰਜ਼ਾ ਵੀ ਸਿਰ ਤੇ ਚੜ ਗਿਆ। ਸੱਚੇ ਪਾਤਸ਼ਾਹ ਕਹਿਣ ਲੱਗੇ, ਕਰਜ਼ਾ ਸਿਰ ਤੇ ਚੜ ਗਿਆ, ਮਨ ਦੀ ਮੈਲ ਸਾਰੀ ਦੂਰ ਚਲੀ ਗਈ, ਧੋਤੀ ਗਈ। ਤੈਸੇ ਗੁਰ ਸਿੱਖਨ ਦਿਖਾਏ ਕੈ ਬ੍ਰਿਥਾ ਵਿਵੇਕ, ਮਾਇਆ ਮਲ ਕਾਟ ਕਰੈ ਨਿਜ ਪਦ ਚੀਨ ਕੋ। ਤੇ ਇਸ ਕਰਕੇ ਸ਼ੁਕਰਾਨਾ ਕਰੀਏ, ਜਿਸ ਵੇਲੇ ਕੋਈ ਵੀ ਦੁੱਖ ਆਵੇ ਨਾ, ਇਹ ਦਾਤੇ ਦੀ ਦਾਤ ਹੈ।